ਮੇਰੇ ਚੈਨਲ ਅਵਤਾਰ ਕਮਾਲ ਤੇ ਜੀ ਆਇਆਂ ਨੂੰ। ਅੱਜ ਆਪਾਂ ਗੱਲ ਕਰਾਂਗੇ ਜੰਗਲ ਜੰਗਲ ਪਰਬਤ ਪਰਬਤ ਮਨਮੋਹਨ ਬਾਵਾ ਜੀ ਦੀ ਕਿਤਾਬ ਦੇ ਵੀਡੀਓ ਦੇ ਦੂਸਰੇ ਭਾਗ ਵਿੱਚ, ਜਿਸ ਵਿੱਚ ਅਸੀਂ ਚੱਲੇ ਚੜ੍ਹਨ ਪਰਬਤ ਦੀ ਚੋਟੀ ਉਹਨਾਂ ਦੇ ਕੀਤੇ ਸਫ਼ਰ ਬਾਰੇ ਗੱਲ ਕਰਾਂਗੇ। ਚਲੋ ਕਰਦੇ ਹਾਂ ਸ਼ੁਰੂਆਤ। ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦੇਵਾਂ ਕਿ ਜੇ ਤੁਹਾਨੂੰ ਪਤਾ ਨਾ ਹੋਵੇ ਕਿ ਮੇਰੀ ਉਮਰ 60 ਤੋਂ ਉੱਪਰ ਹੈ ਅਤੇ ਜਦ ਮੇਰੇ ਕੁਝ ਨੌਜਵਾਨ ਸਾਥੀਆਂ ਨੇ ਮੈਨੂੰ ਇੱਕ 18,500 ਫੁੱਟ ਉੱਚੀ ਚੋਟੀ ਉੱਤੇ ਚੜ੍ਹਨ ਲਈ ਸੱਦਾ ਭੇਜਿਆ ਤਾਂ ਮੇਰਾ ਇਨਕਾਰ ਕਰਨਾ ਕੁਦਰਤੀ ਸੀ ਅਤੇ ਵਾਜਬ ਵੀ। ਕੁਦਰਤੀ ਇਸ ਲਈ ਕਿ ਪਰਬਤਾਂ ਉੱਤੇ ਚੜ੍ਹਨ ਲਈ ਬਹੁਤ ਦਮ ਅਤੇ ਅਨੁਭਵ ਦੀ ਲੋੜ ਹੈ। ਅਨੁਭਵ ਤਾਂ ਸੀ, ਪਰ ਕਿੰਨਾ ਕੁ ਦਮ ਬਾਕੀ ਹੈ ਇਸ ਬਾਰੇ ਮੈਂ ਬਹੁਤਾ ਨਿਸ਼ਚਿਤ ਨਹੀਂ ਸਾਂ। ਉਂਝ 10-12 ਵਰ੍ਹੇ ਪਹਿਲਾਂ ਇੱਕ 23,000 ਫੁੱਟ ਦੀ ਉੱਚੀ ਚੋਟੀ 'ਤੇ ਚੜ੍ਹ ਕੇ ਮੈਂ ਆਪਣੀ 50ਵੀਂ ਜਨਮ ਅਤੇ ਮਰਨ ਦੇ ਵਿਚਕਾਰ ਦੀ ਗੋਲਡਨ ਜੁਬਲੀ ਮਨਾਈ ਸੀ। ਉਦੋਂ ਤੋਂ ਹੁਣ ਤੱਕ ਬਸ ਥੋੜ੍ਹੀ ਬਹੁਤ ਟਰੈਕਿੰਗ ਕਰਦਿਆਂ ਪਰਬਤ ਦੇ ਉੱਚੇ ਨੀਵੇਂ ਰਸਤਿਆਂ 'ਤੇ ਚੱਲ ਕੇ ਹੀ ਆਪਣਾ ਸ਼ੌਂਕ ਪੂਰਾ ਕਰ ਲੈਂਦਾ ਹਾਂ। ਮੇਰਾ ਇਨਕਾਰ ਕਰਨਾ ਲਾਜ਼ਮੀ ਇਸ ਕਾਰਨ ਵੀ ਸੀ ਕਿ ਮੇਰੀ ਪਤਨੀ ਮੇਰੇ ਨਾਲ ਹਾਲੇ ਬਾਕੀ ਦੇ ਕੁਝ ਵਰ੍ਹੇ ਬਿਤਾਉਣ ਦੀ ਆਪਣੀ ਆਸ 'ਤੇ ਪਾਣੀ ਨਹੀਂ ਸੀ ਫੇਰਨਾ ਚਾਹੁੰਦੀ। ਪਰਬਤਾਂ ਦੀ ਚੋਟੀ ਸਰ ਕਰਦਿਆਂ ਜੇ ਕਿਤੇ ਪੈਰ ਵੀ ਤਿਲਕ ਜਾਏ ਤਾਂ ਸਮਝੋ ਬੰਦਾ ਗਿਆ। ਕੁਝ ਦਿਨ ਪਹਿਲਾਂ ਹੀ ਡਲਹੌਜ਼ੀ 'ਚ ਪੌੜੀਆਂ ਉਤਰਦੇ ਮੇਰਾ ਪੈਰ ਤਿਲਕਿਆ ਅਤੇ ਮੇਰੇ ਪੈਰ ਨੂੰ ਬੁਰੀ ਤਰ੍ਹਾਂ ਮੋਚ ਆ ਗਈ। ਕੁਝ ਵਰ੍ਹੇ ਪਹਿਲਾਂ ਖੱਡ ਵਿੱਚ ਡਿੱਗਣ ਦੀ ਘਟਨਾ ਵੀ ਭੁੱਲੀ ਨਹੀਂ ਸੀ। ਮੇਰੀ ਪਤਨੀ ਦਾ ਕਹਿਣਾ ਦਰੁਸਤ ਸੀ ਕਿ ਜੇ ਸਿੱਧੀਆਂ ਸਾਫ਼ ਪੌੜੀਆਂ 'ਤੇ ਕੁਝ ਹੋ ਸਕਦਾ ਹੈ ਤਾਂ ਬਰਫਾਨੀ ਪਰਬਤਾਂ 'ਤੇ ਕੀ ਨਹੀਂ ਹੋ ਸਕਦਾ ਇਸ ਉਮਰੇ। ਮੈਂ ਇਨਕਾਰ ਕਰ ਦਿੱਤਾ, ਪਰ ਅੰਦਰੋਂ ਅੰਦਰ ਜੇ ਪੂਰਾ ਨਹੀਂ ਤਾਂ 50% ਦਿਲ ਕਰਦਾ ਸੀ ਉਹਨਾਂ ਨਾਲ ਜਾਣ ਲਈ। ਛੈਲ ਲੰਘੇਂਦੇ ਪਾਰ ਗੋਰੀ ਮਨ ਧੀਰਿਆ। ਇਸ ਤਰ੍ਹਾਂ ਵੈਸ਼ਨੋ ਦੇਵੀ ਵੱਲ ਜਾ ਰਹੇ ਸ਼ਰਧਾਲੂਆਂ ਨੂੰ ਪੁੱਛੋ ਤਾਂ ਉਹ ਕਹਿੰਦੇ ਹਨ ਕਿ ਮਾਤਾ ਦਾ ਬੁਲਾਵਾ ਆ ਗਿਆ ਅਤੇ ਹੇਮਕੁੰਟ ਵੱਲ ਜਾਂਦਿਆਂ ਨੂੰ ਗੁਰੂ ਸਾਹਿਬ ਦਾ ਸੱਦਾ ਆਇਆ ਹੋਇਆ ਕਹਿੰਦੇ ਹਨ। ਮੈਨੂੰ ਵੀ ਜਿਵੇਂ ਲੇਹ ਲਦਾਖ ਦੇ ਪਰਬਤਾਂ ਦੀ ਸਟਾਹ ਕਾਂਗੜੀ ਵਾਜਾਂ ਮਾਰ ਰਹੀ ਸੀ। ਚੱਲਣ ਤੋਂ ਕੁਝ ਦਿਨ ਪਹਿਲਾਂ ਉਸ ਟੋਲੀ ਦਾ ਇੱਕ ਨੌਜਵਾਨ ਡਲਹੌਜ਼ੀ ਆ ਗਿਆ ਅਤੇ ਮੇਰੀ ਪਤਨੀ ਕੋਲ ਆ ਕੇ ਲੱਗਾ ਫਰਿਆਦ ਕਰਨ, ਅਸੀਂ ਇਹਨਾਂ ਦਾ ਦਮ ਨਹੀਂ ਅਨੁਭਵ ਚਾਹੁੰਦੇ ਹਾਂ। ਫਿਰ ਉਸ ਨੇ ਮੇਰੀ ਪਤਨੀ ਅੱਗੇ ਕੁਝ ਇਸ ਤਰ੍ਹਾਂ ਮਨੋਵਿਗਿਆਨਕ ਤਰੀਕੇ ਨਾਲ ਗੱਲਾਂ ਕੀਤੀਆਂ ਜਿਵੇਂ ਕੋਈ ਸੈਨਿਕ ਕਿਸੇ ਰਾਜਪੂਤਨੀ ਨੂੰ ਉਸਦੇ ਪਤੀ ਦੇ ਜੰਗ 'ਤੇ ਜਾਣ ਲਈ ਲਲਕਾਰ ਰਿਹਾ ਹੋਵੇ। ਉਸ ਨੇ ਇਹ ਕਿਉਂ ਨਹੀਂ ਆਖਿਆ ਕਿ ਉਹਨਾਂ ਦੀ ਟੋਲੀ ਨਾਲ 2 ਕੁੜੀਆਂ ਵੀ ਹਨ ਅਤੇ ਉਹਨਾਂ ਦੇ ਮਾਤਾ ਪਿਤਾ ਨੇ ਕਿਹਾ ਹੈ ਜੇ ਬਾਵਾ ਜੀ ਨਾਲ ਜਾਣ ਤਾਂ ਹੀ ਉਹ ਆਪਣੀਆਂ ਕੁੜੀਆਂ ਨੂੰ ਭੇਜ ਸਕਦੇ ਹਨ। ਉਹਨਾਂ ਕੁੜੀਆਂ ਬਾਰੇ ਮੈਨੂੰ ਵੀ ਮਨਾਲੀ ਜਾ ਕੇ ਪਤਾ ਲੱਗਾ ਕਿ ਉਹਨਾਂ ਵਿੱਚੋਂ ਇੱਕ ਕੁੜੀ ਮੇਰੇ ਪੁਰਸ਼ ਮਿੱਤਰ ਦੀ ਧੀ ਤੇ ਦੂਜੀ ਮੇਰੀ ਇਸਤਰੀ ਮਿੱਤਰ ਦੀ। ਇਹਨਾਂ ਦੋਹਾਂ ਨਾਲ ਟਰੈਕਿੰਗ ਕਰਦਿਆਂ ਕੁਝ ਚੰਗੇ ਅਤੇ ਸੁਖਾਵੇਂ ਦਿਨ ਬਿਤਾਏ ਸਨ। ਇਸ ਤੋਂ ਮੈਨੂੰ ਇਹ ਵੀ ਮਾਨਸਿਕ ਤਸੱਲੀ ਮਿਲੀ ਕਿ ਜਿਨ੍ਹਾਂ ਦੇ ਮਾਤਾ ਪਿਤਾ ਨਾਲ ਕਦੀ ਮੈਂ ਟਰੈਕਿੰਗ ਕੀਤੀ ਸੀ ਹੁਣ ਉਹਨਾਂ ਦੇ ਧੀਆਂ ਪੁੱਤਰਾਂ ਨਾਲ ਕਰ ਰਿਹਾ ਹਾਂ। ਖੈਰ, ਨਿਸ਼ਚਿਤ ਦਿਨ ਮੇਰੀ ਘਰਵਾਲੀ ਨੇ ਮੈਨੂੰ ਪੂਰੀਆਂ ਹਦਾਇਤਾਂ ਦੇ ਕੇ ਪਠਾਨਕੋਟ ਦੇ ਸਟੇਸ਼ਨ ਤੋਂ ਵਿਦਾ ਕਰ ਦਿੱਤਾ। ਬਦਕਿਸਮਤੀ ਇਹ ਸੀ ਕਿ ਮੇਰੀ ਘਰਵਾਲੀ ਨੂੰ ਵੀ ਪਰਬਤ ਆਰੋਹਣ ਦੀਆਂ ਬਰੀਕੀਆਂ ਅਤੇ ਖਤਰਿਆਂ ਬਾਰੇ ਉਨਾ ਹੀ ਗਿਆਨ ਸੀ ਜਿੰਨਾ ਕਿ ਮੇਰਾ। ਮੈਂ 15,000 ਫੁੱਟ ਦੀ ਉਚਾਈ ਤੋਂ ਉੱਪਰ ਨਾ ਜਾਵਾਂ। ਜੇ ਤਬੀਅਤ ਖਰਾਬ ਹੋ ਜਾਏ ਤਾਂ ਫੌਰਨ ਵਾਪਸ ਮੁੜ ਆਵਾਂ ਅਤੇ ਪਰਬਤ ਦੀ ਚੋਟੀ ਵੇਖਦਿਆਂ ਜੋਸ਼ ਵਿੱਚ ਆ ਕੇ ਮੁੰਡਿਆਂ ਖੁੰਡਿਆਂ ਨਾਲ ਆਈਸ ਐਕਸ ਚੁੱਕ ਕੇ ਨਾ ਤੁਰ ਪਵਾਂ। ਕੁੜੀਆਂ ਬਾਰੇ ਇੱਕ ਗੱਲ ਮੈਂ ਕਹਿਣੀ ਭੁੱਲ ਗਿਆ, ਉਹਨਾਂ ਦੇ ਮਾਤਾ ਪਿਤਾ ਨੂੰ ਕਿਉਂ ਨਾ ਭਰੋਸਾ ਸੀ ਮੇਰੇ ਉੱਤੇ। ਮੈਂ ਦਾਅਵਾ ਕਦੀ ਨਹੀਂ ਕੀਤਾ ਕਿ ਮੈਂ ਆਪਣੀ ਵਿਆਹੁਤਾ ਦੇ ਇਲਾਵਾ ਕਿਸੇ ਹੋਰ ਵੱਲ ਐਸੀ ਵੈਸੀ ਨਜ਼ਰ ਨਾਲ ਨਹੀਂ ਵੇਖਿਆ। ਜੋ ਦਾਅਵਾ ਕਰਦਾ ਹੈ ਉਹ ਝੂਠ ਬੋਲਦਾ ਹੈ। ਪਰ ਕਿਸੇ ਵੇਲੇ
ਕੁਝ ਕੌੜੇ ਜਾਂ ਅਣਸੁਖਾਵੇਂ ਅਨੁਭਵ ਤੋਂ ਬਾਅਦ ਅਤੇ ਦੂਜਿਆਂ ਦੇ ਅਨੁਭਵਾਂ ਤੋਂ ਸਿੱਖਿਆ ਲੈਂਦਿਆਂ ਆਪਣੀ ਜਵਾਨੀ ਦੇ ਦਿਨਾਂ 'ਚ ਹੀ ਇਹ ਜ਼ਰੂਰ ਵਾਅਦਾ ਕਰ ਲਿਆ ਸੀ ਕਿ ਆਪਣੇ ਆਪ ਨਾਲ ਕਿ ਘੱਟ ਤੋਂ ਘੱਟ ਟਰੈਕਿੰਗ ਦੇ ਦੌਰਾਨ ਜਾਂ ਵਿੱਦਿਆ ਗ੍ਰਹਿਣ ਕਰਦਿਆਂ ਆਪਣੇ ਮਨ ਦੇ ਘੋੜਿਆਂ ਦੀਆਂ ਲਗਾਮਾਂ ਕਾਬੂ 'ਚ ਰੱਖਾਂਗਾ। ਉਂਝ ਆਪਣੇ ਆਪ ਨਾਲ ਕੀਤੇ ਹੋਏ ਵਾਅਦਿਆਂ ਦੇ ਕਾਮਯਾਬ ਹੋਣ ਦੀਆਂ ਸੰਭਾਵਨਾ ਜ਼ਿਆਦਾ ਹੁੰਦੀਆਂ ਨੇ ਅਤੇ ਦੂਜੇ ਕਿਸੇ ਹੋਰ ਨਾਲ ਕੀਤੇ ਵਾਅਦਿਆਂ ਦੀਆਂ ਘੱਟ। ਸੋ ਪਠਾਨਕੋਟ ਤੋਂ ਰਾਤ ਨੂੰ ਬੱਸ ਲੈ ਕੇ ਮਨਾਲੀ ਪਹੁੰਚ ਜਾਂਦਾ ਹਾਂ। ਆਪਣੇ ਦਿੱਲੀ ਦੇ ਸਾਥੀਆਂ ਦੇ ਪਹੁੰਚਣ ਤੋਂ ਕਈ ਘੰਟੇ ਪਹਿਲਾਂ ਉਸ ਦੌਰਾਨ ਮੈਂ ਆਪਣਾ ਸਮਾਨ ਇੱਕ ਪੂਰਵ ਨਿਸ਼ਚਿਤ ਸਥਾਨ 'ਤੇ ਰੱਖ ਕੇ ਸੈਰ ਕਰਨ ਲਈ ਨਿਕਲ ਪੈਂਦਾ ਹਾਂ। ਮਨਾਲੀ ਕੁੱਲੂ ਦੇਸ਼ ਦੀ ਤਕਰੀਬਨ ਆਖਰੀ ਆਬਾਦੀ। ਪ੍ਰਾਚੀਨ ਯੁੱਗ ਵਿੱਚ ਕੁੱਲੂ ਨੂੰ ਕੁਲੂਤ ਦੇਸ਼ ਕਿਹਾ ਜਾਂਦਾ ਸੀ, ਯਾਨੀ ਆਬਾਦ ਦੁਨੀਆ ਦਾ ਅੰਤਲਾ ਖੇਤਰ। ਹੁਣ ਇਹ ਅੰਤਲਾ ਨਹੀਂ ਰਿਹਾ, ਬਲਕਿ ਅੱਗੇ ਜਾਣ ਵਾਲੇ ਨਵੇਂ ਕਈ ਰਾਹ ਇੱਥੋਂ ਸ਼ੁਰੂ ਹੁੰਦੇ ਹਨ। ਉਹ ਵੀ ਪੈਦਲ ਜਾਣ ਵਾਲੇ ਰਾਹ ਨਹੀਂ, ਬਲਕਿ ਬੱਸਾਂ ਕਾਰਾਂ ਦੇ। ਅੱਜ ਤੋਂ 35 ਕੁ ਵਰ੍ਹੇ ਪਹਿਲਾਂ ਜਦ ਮੈਂ ਪਹਿਲੀ ਵਾਰ ਮਨਾਲੀ ਆਇਆ ਤਾਂ ਉਦੋਂ ਵੀ ਇਹ ਕੁਝ ਕੁਲੂਤ ਦੇਸ਼ ਹੀ ਸੀ। ਇਸ ਤੋਂ ਅੱਗੇ ਸਿਰਫ ਪੈਦਲ ਜਾਇਆ ਜਾ ਸਕਦਾ ਸੀ, ਸੜਕਾਂ ਬਣੀਆਂ ਹੀ ਨਹੀਂ ਸੀ। ਉਸ ਵੇਲੇ ਮਨਾਲੀ ਇੱਕ ਸ਼ੰਗਰੀਲਾ ਸੀ, ਯਾਨੀ ਧਰਤੀ ਉੱਤੇ ਸਵਰਗ। ਇੱਕ ਛੋਟੇ ਜਿਹੇ ਪਿੰਡ ਦੀ ਤਰ੍ਹਾਂ ਚਾਰੇ ਪਾਸਿਓਂ ਬਰਫਾਨੀ ਚੋਟੀਆਂ ਅਤੇ ਦੇਵਦਾਰ ਦੇ ਰੁੱਖਾਂ ਨਾਲ ਭਰੀਆਂ ਢਲਾਣਾਂ ਨਾਲ ਘਿਰਿਆ ਹੋਇਆ। ਇੱਕ ਪਾਸੇ ਬਿਆਸ ਨਦੀ 'ਚ ਵਗਦਾ ਨੀਲਾ ਸਾਫ਼ ਪਾਣੀ। ਉਸ ਵੇਲੇ ਇੱਕੋ ਰੈਸਟੋਰੈਂਟ ਸੀ ਚਾਹ ਪੀਣ ਜਾਂ ਰੋਟੀ ਖਾਣ ਲਈ, ਜਿੱਥੇ ਮਨਾਲੀ ਆਏ ਸਾਰੇ ਸੈਲਾਨੀ ਸ਼ਾਮ ਨੂੰ ਆ ਜਮ੍ਹਾਂ ਹੁੰਦੇ ਅਤੇ ਆਪਣੇ ਆਪਣੇ ਕਾਰਨਾਮਿਆਂ ਅਤੇ ਯੋਜਨਾਵਾਂ ਦੇ ਵਿਆਖਿਆਨ ਕਰਦੇ। ਹੁਣ ਇੱਥੇ ਜਿੰਨੇ ਘਰ ਹਨ ਉਸ ਤੋਂ ਵੱਧ ਹੋਟਲ, ਹਜ਼ਾਰਾਂ ਸੈਲਾਨੀਆਂ ਨੂੰ ਸੈਂਕੜੇ ਬੱਸਾਂ ਰੋਜ਼ ਲੈ ਕੇ ਆਉਂਦੀਆਂ ਹਨ। ਹਰ ਤੀਜੀ ਚੌਥੀ ਦੁਕਾਨ 'ਤੇ ਟਰੈਕਿੰਗ ਕੰਪਨੀਆਂ ਦੇ ਬੋਰਡ। ਮੇਰੇ ਕਈ ਪੁਰਾਣੇ ਸਾਥੀਆਂ ਨੇ ਇੱਥੇ ਟਰੈਕਿੰਗ ਏਜੰਸੀਆਂ ਖੋਲ੍ਹ ਲਈਆਂ ਨੇ। ਮੇਰਾ ਪੂਰਾ ਵਿਸ਼ਵਾਸ ਹੈ ਕਿ ਕਲਾ ਦੇ ਇਲਾਵਾ ਜੇ ਕੋਈ ਆਪਣੀ ਹਾਥੀ ਨੂੰ ਵਪਾਰ ਜਾਂ ਪੈਸੇ ਕਮਾਉਣ ਦਾ ਸਾਧਨ ਬਣਾ ਲਵੇ ਤਾਂ ਹਾਥੀ ਦਾ ਸਾਰਾ ਆਨੰਦ ਜਾਂਦਾ ਰਹਿੰਦਾ ਹੈ। ਜੇ ਕਿਤੇ ਸੁੰਦਰ ਪਵਿੱਤਰ ਮਨੋਰਮ ਸਥਾਨ ਨੂੰ ਖਰਾਬ ਕਰਨਾ ਹੋਵੇ ਤਾਂ ਉਸ ਨੂੰ ਤੀਰਥ ਸਥਾਨ ਬਣਾ ਕੇ ਉੱਥੋਂ ਤੱਕ ਬੱਸਾਂ ਲਈ ਸੜਕਾਂ ਬਣਾ ਦਿਓ ਅਤੇ ਸੈਲਾਨੀਆਂ ਦਾ ਕੇਂਦਰ ਬਣਾ ਦਿਓ। ਡਲਹੌਜੀ ਵਰਗੇ ਸਥਾਨ ਇਸੇ ਕਰਕੇ ਬਚੇ ਹੋਏ ਹਨ। ਇਹ ਹਾਲੇ ਵੀ ਸੈਲਾਨੀਆਂ ਦਾ ਕੇਂਦਰ ਨਹੀਂ ਬਣੇ। ਜਿਸ ਦਿਨ ਬਣ ਗਏ ਉਸ ਦਿਨ ਉੱਥੇ ਵੀ ਮਨਾਲੀ ਵਾਂਗ ਮਲ ਮੂਤਰ, ਪਲਾਸਟਿਕ ਦੇ ਲਿਫਾਫੇ ਅਤੇ ਡੀਜ਼ਲ ਦੀ ਬੋ। ਮੇਰੀ ਟੋਲੀ 15 ਬੰਦੇ ਦਿੱਲੀ ਤੋਂ ਇੱਕ ਕਾਫੀ ਜ਼ੋਰਦਾਰ ਬੱਸ ਲੈ ਕੇ ਆਏ ਸੀ। ਜ਼ੋਰਦਾਰ ਹੀ ਚਾਹੀਦੀ ਸੀ। ਅੱਗੇ ਬਹੁਤ ਰਫ ਸੜਕ ਅਤੇ 4 ਉੱਚੇ ਉੱਚੇ ਦਰਿਆਂ ਨੂੰ ਪਾਰ ਕਰਨਾ ਸੀ। ਸਭ ਤੋਂ ਉੱਚਾ ਤਕਰੀਬਨ 17,500 ਫੁੱਟ। ਤੁਰਨ ਤੋਂ ਪਹਿਲਾਂ ਮੈਂ ਆਪਣੇ ਤਜਰਬੇ ਦਾ ਪ੍ਰਗਟਾਵਾ ਕਰਦਿਆਂ ਆਪਣੀ ਟੀਮ ਦੇ ਲੀਡਰ ਤੋਂ ਪੁੱਛਿਆ, ਇਹ ਲੈ ਕੇ ਆਏ, ਉਹ ਲੈ ਕੇ ਆਏ। ਉਹ ਹਰ ਪ੍ਰਸ਼ਨ ਦਾ ਹਾਂ ਉੱਤਰ ਵਿੱਚ ਦਿੰਦਾ। ਫਿਰ ਮੈਂ ਬੱਸ ਦੇ ਬੋਨਟ 'ਤੇ ਇਸ ਤਰ੍ਹਾਂ ਹੱਥ ਮਾਰਿਆ ਜਿਵੇਂ ਕੋਈ ਆਪਣੇ ਬਲਦਾਂ ਦੀ ਜੋੜੀ ਜਾਂ ਘੋੜੀ ਦੀ ਪਿੱਠ 'ਤੇ ਮਾਰਦਾ। ਕਿੰਨੇ ਕੁ ਹਾਰਸ ਪਾਵਰ ਦੀ ਹੈ? ਡਰਾਈਵਰ ਨੇ ਕੁਝ ਸੀਸੀ ਦੱਸਿਆ। ਮੈਨੂੰ ਸਮਝ ਨਾ ਆਇਆ। ਕਿਸੇ ਵੇਲੇ ਮੈਂ 5 ਹਾਰਸ ਪਾਵਰ ਦੀ ਮੋਟਰਸਾਈਕਲ ਚਲਾਇਆ ਕਰਦਾ ਸਾਂ। ਬਸ ਮੈਨੂੰ ਉਹਨਾਂ ਨੂੰ ਹੀ ਪਤਾ ਸੀ। ਫਿਰ ਮੈਂ ਆਖਰੀ ਸਵਾਲ ਪੁੱਛਿਆ, ਤੁਸੀਂ ਰੱਸੀ ਅਤੇ ਲੱਕੜੀ ਦੇ ਫੱਟੇ ਲਿਆਏ ਹੋ? ਰੱਸੀ ਤਾਂ ਸਾਡੇ ਪਾਸ ਹੈ, ਪਹਾੜਾਂ 'ਤੇ ਚੜ੍ਹਨ ਵਾਲੀ, ਲੀਡਰ ਬੋਲਿਆ। ਤੇ ਫੱਟੇ ਕਾਹਦੇ ਲਈ? ਕੀ ਪਤਾ ਗੱਡੀ ਫਸ ਜਾਏ ਕਿਤੇ ਚਿੱਕੜ ਚੁੱਕੜ 'ਚ। ਇਹ ਨਹੀਂ ਫਸਦੀ, ਡਰਾਈਵਰ ਨੇ ਗੱਡੀ ਦੇ ਬੋਨਟ 'ਤੇ ਹੱਥ ਮਾਰਦਿਆਂ ਵਿਸ਼ਵਾਸ ਨਾਲ ਕਿਹਾ। ਅਗਲੇ ਦਿਨ ਅਸੀਂ ਸਮਾਨ ਲੱਦ ਕੇ ਲੇਹ ਵੱਲ ਤੁਰ ਪਏ। ਜੁਲਾਈ ਦਾ ਪਹਿਲਾ ਹਫ਼ਤਾ। ਮਨਾਲੀ 'ਚ ਵਰਖਾ ਰੁੱਤ ਸ਼ੁਰੂ ਹੋਣ ਜਾਣ ਦੇ ਕਾਰਨ ਸੈਲਾਨੀ ਕਾਫੀ ਘੱਟ ਸਨ। ਫਿਰ ਵੀ ਜਦੋਂ ਅਸੀਂ ਰੋਹਤਾਂਗ ਪਾਸ ਪਹੁੰਚੇ ਤਾਂ ਕਾਫੀ ਸਾਰੇ ਸੈਲਾਨੀ ਬਚੀ ਖੁਸ਼ੀ ਬਰਫ਼ ਨਾਲ ਖੇਡ ਰਹੇ ਸਨ। ਪਹਿਲੀ ਰਾਤ ਪਟਸਿਓ ਨਾਮ ਦੇ ਸਥਾਨ 'ਤੇ ਰੁਕੇ। ਦੁਕਾਨਾਂ ਦੀ ਥੱਲਵੀਂ ਮੰਜ਼ਲ 'ਤੇ ਰੈਸਟੋਰੈਂਟ ਜਿਹੇ ਅਤੇ ਉੱਪਰ ਯਾਤਰੀਆਂ ਦੇ ਰਾਤ ਗੁਜ਼ਾਰਨ ਲਈ ਮੰਜੀਆਂ।
ਆਮ ਕਰਕੇ ਅੱਜ ਕੱਲ੍ਹ ਇਸੇ ਸੜਕ 'ਤੇ ਆਵਾਜਾਈ ਬਹੁਤ ਹੁੰਦੀ ਹੈ, ਪਰ ਇਸ ਵੇਲੇ ਸੜਕ 'ਤੇ ਕੋਈ ਟਰੱਕ ਜਾਂ ਗੱਡੀ ਚੱਲਦੀ ਨਾ ਵੇਖ ਕੇ ਮੇਰੇ ਮਨ 'ਚ ਕੁਝ ਖੁੜਕ ਗਈ, ਕੁਝ ਗਲਤ ਲੱਗਿਆ। ਫਿਰ 3-4 ਘੰਟੇ ਚੱਲਣ ਤੋਂ ਬਾਅਦ ਸਾਡੀ ਬੱਸ ਇੱਕ ਥਾਂ ਆ ਕੇ ਖੜੀ ਹੋ ਗਈ। ਸਾਹਮਣੇ ਬਰਫ਼ ਨੇ ਰਸਤਾ ਰੋਕਿਆ ਹੋਇਆ ਅਤੇ ਇੱਕ ਬਲਡੋਜ਼ਰ ਉਸ ਬਰਫ਼ ਨੂੰ ਹਟਾਉਣ ਲਈ ਲੱਗਿਆ ਹੋਇਆ ਸੀ। ਇੱਕ ਲੈਂਡ ਰੋਵਰ ਵੀ ਖੜੀ ਸੀ, ਕਿਸੇ ਫਰੰਗੀਆਂ ਦੀ। ਕੁਝ ਦੇਰ ਬਾਅਦ ਬਲਡੋਜ਼ਰ ਨੇ ਕੁਝ ਬਰਫ਼ ਹਟਾਈ ਤੇ ਫਰੰਗੀਆਂ ਨੇ ਪਾਰ ਕਰਨ ਲਈ ਹਿਸਾਬ ਕਿਤਾਬ ਲਾਇਆ ਤੇ ਆਪਣੀ ਲੈਂਡ ਰੋਵਰ ਦੀ ਛੱਤ 'ਤੇ ਬੰਨੇ ਲੱਕੜੀ ਦੇ ਫੱਟੇ ਖੋਲ੍ਹੇ ਅਤੇ ਕੁਹਾੜੀ ਨਾਲ ਬਰਫ਼ ਕੱਟ ਕੇ ਥਾਂ ਬਣਾਈ। ਉਸ ਫੱਟੇ 'ਤੇ ਵਿਛਾਏ ਅਤੇ ਆਪਣੀ ਲੈਂਡ ਰੋਵਰ 'ਚ ਬੈਠ ਕੇ ਉਹ ਫਰੰਗੀ ਸੈਲਾਨੀ ਵੇਖਦਿਆਂ ਬਰਫ਼ ਦੇ ਟੋਟੇ ਨੂੰ ਪਾਰ ਕਰ ਗਏ। ਅਸੀਂ ਉਹਨਾਂ ਨੂੰ ਕਿਹਾ ਕਿ ਸਾਨੂੰ ਵੀ ਫੱਟਿਆਂ 'ਤੇ ਪਾਰ ਕਰਨ ਦੇਣ, ਪਰ ਉਹ ਨਾ ਮੰਨੇ। ਉਹਨਾਂ ਕਿਹਾ ਕਿ ਉਹਨਾਂ ਦੇ ਫੱਟੇ ਸਾਡੀ ਐਡੀ ਵੱਡੀ ਬੱਸ ਲਈ ਬਹੁਤ ਕਮਜ਼ੋਰ ਹਨ, ਟੁੱਟ ਜਾਣਗੇ। ਫਿਰ ਉਹ ਕੀ ਕਰਨਗੇ? ਉਹਨਾਂ ਦੀ ਗੱਲ ਵੀ ਠੀਕ ਸੀ, ਪਰ ਉਹਨਾਂ ਦੇ ਇੱਕ ਹੋਰ ਸਲਾਹ ਦਿੱਤੀ ਕਿ ਸਾਡੇ ਪਾਸ ਰੱਸੀ ਹੈ ਅਤੇ ਉਹ ਰੱਸੀ ਨਾਲ ਸਾਡੀ ਬੱਸ ਬੰਨ੍ਹ ਕੇ ਪਾਰ ਕਰਾਉਣ ਦਾ ਯਤਨ ਕਰ ਸਕਦੇ ਹਨ। ਸਾਡੀ ਟੋਲੀ ਕੋਲ 2 ਰੱਸੀਆਂ ਸਨ, ਇੱਕ ਨਵੀਂ ਇੱਕ ਪੁਰਾਣੀ। ਪੁਰਾਣੀ ਰੱਸੀ ਕੱਢ ਕੇ ਚੌੜੀ ਕੀਤੀ ਅਤੇ ਦੋਹਾਂ ਗੱਡੀਆਂ ਨਾਲ ਬੰਨ੍ਹ ਦਿੱਤੀ, ਪਰ ਜਦ ਲੈਂਡ ਰੋਵਰ ਨੇ ਆਪਣਾ ਜ਼ੋਰ ਲਾਇਆ ਤਾਂ ਸਾਡੀ ਗੱਡੀ ਬਰਫ਼ ਵਿੱਚ ਆ ਕੇ ਫਸ ਗਈ। ਜਰਾ ਹੋਰ ਜ਼ੋਰ ਲੱਗਣ 'ਤੇ ਰੱਸੀ ਦੀਆਂ ਤਹਿਾਂ ਤੜਾਕ ਕਰਕੇ ਟੁੱਟ ਗਈਆਂ। ਹੁਣ ਰਹਿ ਗਈ ਦੂਜੀ ਰੱਸੀ। ਜੇ ਉਸ ਨੂੰ ਵੀ ਬੰਨ੍ਹ ਕੇ ਇਸੇ ਤਰ੍ਹਾਂ ਤੋੜ ਦਈਏ ਤਾਂ ਪਰਬਤ ਦੀ ਚੋਟੀ ਦੀ ਚੜ੍ਹਾਈ ਕਰਨ ਲਈ ਕੀ ਵਰਤਾਂਗੇ। ਖੈਰ, ਅਸੀਂ ਉਹਨਾਂ ਫਰੰਗੀਆਂ ਦਾ ਧੰਨਵਾਦ ਕੀਤਾ ਅਤੇ ਉਹ ਸਾਨੂੰ ਬੈਸਟ ਆਫ ਲੱਕ ਕਹਿ ਕੇ ਚਲੇ ਗਏ। ਅਸਲੀਅਤ ਇਹ ਸੀ ਕਿ ਪਿਛਲੀਆਂ ਸਰਦੀਆਂ ਬਹੁਤ ਬਰਫ਼ ਪੈਣ ਕਰਕੇ ਹਾਲੇ ਤੱਕ ਬਰਫ਼ਾਂ ਪੂਰੀ ਤਰ੍ਹਾਂ ਨਹੀਂ ਸਨ ਪਿਘਲੀਆਂ ਅਤੇ ਹਾਲੇ ਇਹ ਰਸਤਾ ਆਵਾਜਾਈ ਲਈ ਖੁੱਲ੍ਹਿਆ ਨਹੀਂ ਸੀ। ਫਰੰਗੀਆਂ ਦੀ ਲੈਂਡ ਰੋਵਰ ਪਹਿਲੀ ਗੱਡੀ ਸੀ ਜੋ ਨਿਕਲੀ। ਫਿਰ ਬਲਡੋਜ਼ਰ ਦੇ ਡਰਾਈਵਰ ਨੇ ਸਾਡੇ 'ਤੇ ਦਇਆ ਆਈ ਅਤੇ ਉਸ ਨੇ ਆਪਣਾ ਲੋਹੇ ਦਾ ਸੰਗਲ ਕੱਢ ਕੇ ਕਿਹਾ ਕਿ ਅਸੀਂ ਇਸ ਨੂੰ ਬੱਸ ਨਾਲ ਬੰਨ੍ਹ ਦਈਏ ਅਤੇ ਉਹ ਇੱਕ ਵਾਰੀ ਕੋਸ਼ਿਸ਼ ਕਰਕੇ ਵੇਖ ਲੈਂਦਾ ਹੈ। ਪਰ ਕਿਸਮਤ ਖਰਾਬ, ਸਾਡੀ ਬੱਸ ਦੇ ਸੰਗਲ ਅੜਾਉਣ ਲਈ ਕੋਈ ਹੁੱਕ ਨਹੀਂ ਸੀ। ਉਂਝ ਹੀ ਬੰਨ੍ਹਣ ਦਾ ਯਤਨ ਕੀਤਾ, ਪਰ ਪਹਿਲੇ ਹੀ ਝਟਕੇ ਨਾਲ ਸੰਗਲ ਤੜਾਕ ਕਰਕੇ ਖੁੱਲ੍ਹ ਗਿਆ। ਸੂਰਜ ਡੁੱਬਦਿਆਂ ਹੀ ਬਲਡੋਜ਼ਰ ਵਾਲਾ ਬਲਡੋਜ਼ਰ ਲੈ ਕੇ ਚਲਾ ਗਿਆ। ਰਹਿ ਗਏ ਅਸੀਂ ਇਕੱਲੇ। ਮੈਂ ਮਸਤੀ ਮਾਰਦੇ ਮੁੰਡੇ ਕੁੜੀਆਂ ਵੱਲ ਵੇਖਦਿਆਂ ਮਨ ਹੀ ਮਨ ਵਿੱਚ ਕਿਹਾ, ਰਾਤ ਪੈਣ ਦਿਓ, ਫੇਰ ਪਤਾ ਲੱਗੂ। ਇਹਨਾਂ ਪਥਰੀਲੇ ਨੰਗੇ ਪਹਾੜਾਂ ਦੇ ਚਟਾਨਾਂ ਦੇ ਤਪਣ ਨਾਲ ਦਿਨ ਵੇਲੇ ਖੂਬ ਗਰਮੀ ਅਤੇ ਰਾਤ ਪੈਂਦਿਆਂ ਹੀ ਠੰਡ ਹੋ ਜਾਂਦੀ ਹੈ ਅਤੇ ਤਾਪਮਾਨ 0 ਤੋਂ ਥੱਲੇ ਆ ਜਾਂਦਾ ਹੈ। ਜਦ ਠੰਡੀਆਂ ਸੀਤ ਹਵਾਵਾਂ ਚੱਲਣ ਲੱਗੀਆਂ ਤਾਂ ਸਾਰੇ ਸੁੰਗੜਦੇ ਹੋਏ ਬੱਸ ਵਿੱਚ ਵੜ ਕੇ ਆਪਣੀਆਂ ਸੀਟਾਂ 'ਤੇ ਆ ਬੈਠੇ। ਮੈਂ ਬੱਸ ਅੰਦਰ ਜਾ ਕੇ ਉਹਨਾਂ ਸਾਰਿਆਂ ਨੂੰ ਜਰਾ ਰੋਹਬ ਨਾਲ ਆਖਿਆ, ਇਹ ਬੱਸ ਕੋਈ ਹੋਟਲ ਨਹੀਂ, ਦੂਸਰਾ ਕੋਈ ਖਾਣਾ ਬਣਾਏਗਾ ਅਤੇ ਪਲੇਟਾਂ 'ਚ ਪਾ ਕੇ ਤੁਹਾਡੇ ਹੱਥ ਵਿੱਚ ਫੜਾ ਦੇਵੇਗਾ। ਥੱਲੇ ਉਤਰੋ ਸਾਰੇ ਅਤੇ ਆਪਣਾ ਕੰਮ ਕਰੋ। ਕੀ ਕੰਮ? 1-2 ਆਵਾਜ਼ਾਂ ਆਈਆਂ। ਜੇ ਤੁਹਾਨੂੰ ਇਹ ਨਹੀਂ ਪਤਾ ਕੀ ਕੰਮ ਕਰਨਾ ਹੈ ਤਾਂ ਤੁਹਾਨੂੰ ਐਕਸਪੀਡੀਸ਼ਨ ਉੱਤੇ ਜਾਣ ਦਾ ਨਾ ਹੱਕ ਹੈ ਅਤੇ ਨਾ ਹੀ ਜਾਣ ਦੇ ਅਧਿਕਾਰੀ ਹੋ। ਲੀਡਰ ਨੇ ਮੈਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਮੈਂ ਸਥਿਤੀ ਨੂੰ ਚੰਗੀ ਤਰ੍ਹਾਂ ਹੈਂਡਲ ਕਰਨਾ। ਮੈਂ ਉਹਨਾਂ ਨੂੰ ਸਮਝਾਉਂਦਿਆਂ ਕਿਹਾ ਕਿ 2 ਜਣੇ ਬੱਸ ਦੀ ਛੱਤ 'ਤੇ ਚੜ੍ਹ ਕੇ ਆਪਣੇ ਰੁੱਕਸੈਕ ਪਿੱਠੂਆਂ 'ਚੋਂ ਚਮਚੇ ਪਲੇਟਾਂ ਕੱਢਣ ਵਗੈਰਾ। ਉਹਨਾਂ ਨੂੰ ਆਸ ਨਹੀਂ ਸੀ ਕਿ ਮੈਂ ਚੁੱਪਚਾਪ ਰਹਿਣ ਵਾਲਾ ਨਰਮ ਜਿਹਾ ਬੰਦਾ ਇੰਨਾ ਸਖਤ ਵੀ ਹੋ ਸਕਦਾ। ਮਜਬੂਰਨ ਉਹਨਾਂ ਨੂੰ ਇਹ ਸਾਰਾ ਕੰਮ ਕਰਨਾ ਪਿਆ। ਖਾ ਪੀ ਕੇ ਸਾਰੇ ਜਣਿਆਂ ਨੇ ਆਪਣੇ ਸਲੀਪਿੰਗ ਬੈਗ ਕੱਢੇ ਅਤੇ ਉਸ 'ਚ ਵੜ ਕੇ ਗੁੱਛਾ ਮੁੱਛਾ ਹੋ ਕੇ ਆਪਣੀਆਂ ਸੀਟਾਂ 'ਤੇ ਸੌਣ ਦਾ ਯਤਨ ਕਰਨ ਲੱਗੇ। ਅਗਲੇ ਦਿਨ ਬਲਡੋਜ਼ਰ ਨੇ ਸੜਕ ਸਾਫ਼ ਕਰ ਦਿੱਤੀ ਅਤੇ ਅਸੀਂ ਸ਼ੁਕਰ ਕਰਦੇ ਫਿਰ ਲੇਹ ਵੱਲ ਤੁਰ ਪਏ। ਪਹਿਲਾਂ 16,000 ਫੁੱਟ ਉੱਤੇ 12 ਲਾਚਾਂ ਪਾਸ ਨੂੰ ਪਾਰ ਕੀਤਾ। ਰਾਤ ਇੱਕ ਮਿਲਟਰੀ ਕੈਂਪ 'ਚ ਬਿਤਾਈ।
ਉਸ ਤੋਂ ਬਾਅਦ 16,737 ਫੁੱਟ ਉੱਚੇ ਲਾਚੁੰਲੁੰਗ ਅਤੇ 17,480 ਫੁੱਟ ਉੱਚੇ ਤਾਂਗਲਾਂਗ ਪਾਸ ਨੂੰ ਪਾਰ ਕਰਕੇ ਲੇਹ ਪਹੁੰਚ ਗਏ। ਲੇਹ ਜਾ ਕੇ ਪਤਾ ਲੱਗਾ ਸਾਡੇ ਘੋੜੇ ਅਤੇ ਗਾਈਡ ਵਗੈਰਾ ਪਹਿਲਾਂ ਹੀ ਸਟਾਕ ਪਿੰਡ ਵਿੱਚ ਪਹੁੰਚ ਕੇ ਸਾਡੀ ਉਡੀਕ ਕਰ ਰਹੇ ਸਨ। ਇਸ ਦਾ ਇੰਤਜ਼ਾਮ ਅਸੀਂ ਪਹਿਲਾਂ ਹੀ ਇੱਕ ਟਰੈਕਿੰਗ ਏਜੰਸੀ ਦੀ ਮਾਰਫਤ ਕਰ ਲਿਆ ਸੀ। ਅਗਲੇ ਦਿਨ ਸਿੰਧ ਦਰਿਆ ਦਾ ਪੁਲ ਪਾਰ ਕਰਕੇ ਸਾਡੀ ਬੱਸ ਸਾਨੂੰ ਸਟਾਕ ਜਾ ਉਤਾਰਿਆ। ਅਸੀਂ ਆਪਣਾ ਸਾਰਾ ਸਮਾਨ ਘੋੜਿਆਂ 'ਤੇ ਲੱਦਿਆ ਅਤੇ 3 ਦਿਨ ਦੀ ਪੈਦਲ ਯਾਤਰਾ ਤੋਂ ਬਾਅਦ ਸਟਾਕ ਕਾਂਗੜੀ ਭਾਵ ਪਰਬਤ ਦੀ ਚੋਟੀ ਦੇ ਬੇਸ ਕੈਂਪ ਉੱਤੇ ਪਹੁੰਚ ਗਏ, ਜਿੱਥੇ ਸਾਡੀ ਅਸਲੀ ਚੜ੍ਹਾਈ ਸ਼ੁਰੂ ਹੋਣੀ ਸੀ। ਇੱਥੋਂ ਤੱਕ ਪਹੁੰਚਦਿਆਂ 5 ਮੁੰਡੇ ਜਾਂ ਤਾਂ ਬੁਰੀ ਤਰ੍ਹਾਂ ਥੱਕ ਗਏ ਸਨ ਜਾਂ ਤਬੀਅਤ ਖਰਾਬ ਹੋ ਗਈ ਸੀ। ਬੇਸ ਕੈਂਪ 15,000 ਫੁੱਟ 'ਤੇ ਸੀ। ਇੰਨੀ ਉਚਾਈ 'ਤੇ ਆ ਕੇ ਤਬੀਅਤ ਖਰਾਬ ਹੋਣਾ ਇੱਕ ਆਮ ਗੱਲ ਹੈ, ਜਿਸ ਨੂੰ ਹਾਈ ਐਲਟੀਟਿਊਡ ਸਿਕਨੈਸ ਕਹਿੰਦੇ ਹਨ। ਬਾਕੀ ਰਹਿ ਗਏ 10। ਉਹਨਾਂ 'ਚੋਂ 2 ਨੇ ਮੇਰੇ ਇਲਾਵਾ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਹ ਬਰਫ਼ ਦੀ ਇਹ ਚੜ੍ਹਾਈ ਨਹੀਂ ਚੜ੍ਹਨਗੇ, ਸਿਰਫ ਬੇਸ ਕੈਂਪ ਤੱਕ ਜਾਣਗੇ। ਬਾਕੀ ਰਹਿ ਗਏ 8 ਮੇਰੇ ਸਮੇਤ। ਚਾਹੇ ਮੇਰਾ ਵੀ ਇਰਾਦਾ ਆਪਣੀ ਘਰਵਾਲੀ ਦੇ ਹੁਕਮ ਅਨੁਸਾਰ ਬੇਸ ਕੈਂਪ ਤੱਕ ਹੀ ਰਹਿਣ ਦਾ ਸੀ, ਪਰ ਮੈਨੂੰ ਫਿੱਟ ਵੇਖ ਕੇ ਲੀਡਰ ਨੇ ਕਿਹਾ ਮੈਂ ਚੋਟੀ 'ਤੇ ਚੜ੍ਹਨ ਲਈ ਜ਼ਰੂਰ ਤਿਆਰ ਹੋ ਜਾਵਾਂ। ਮੈਂ ਆਪਣੇ ਸਰੀਰ ਦੀ ਯੋਗਤਾ ਵੀ ਜਾਣਦਾ ਸਾਂ ਅਤੇ ਕਮਜ਼ੋਰੀਆਂ ਵੀ। ਯੋਗਤਾ ਇਹ ਕਿ ਡਲਹੌਜ਼ੀ ਰਹਿੰਦਿਆਂ ਮੈਂ ਹਰ ਰੋਜ਼ 8-10 ਕਿਲੋਮੀਟਰ ਦੀ ਸੈਰ ਕਰਦਾ ਹਾਂ ਅਤੇ ਇੱਥੇ ਹੀ ਤੁਰਨ ਤੋਂ ਪਹਿਲਾਂ ਇੱਕ 5 ਦਿਨ ਲੰਮੇ ਟਰੈਕ 'ਤੇ ਜਾ ਕੇ ਮੁੜਿਆ ਸਾਂ। ਕਮਜ਼ੋਰੀ ਇਹ ਕਿ ਟਰੈਕਿੰਗ ਕਰਦਿਆਂ ਚੌਥੇ ਤੋਂ 7ਵੇਂ ਦਿਨ ਮੈਂ ਆਪਣੀ ਸਰੀਰਕ ਸ਼ਕਤੀ ਦੀ ਟੀਸੀ 'ਤੇ ਹੁੰਦਾ ਹਾਂ ਅਤੇ 7 ਦਿਨਾਂ ਬਾਅਦ ਸ਼ਕਤੀ ਦੀ ਇੱਕਦਮ ਉਤਰਾਈ ਸ਼ੁਰੂ ਹੋ ਜਾਂਦੀ ਹੈ। ਇਸ ਦੇ ਕਈ ਕਾਰਨ ਹਨ, ਜਿਸ ਵਿੱਚ ਉਮਰ ਦਾ ਕਾਰਨ ਵੱਡਾ ਕਿਹਾ ਜਾ ਸਕਦਾ ਹੈ। ਜਿਸ ਵੇਲੇ ਜਵਾਨ ਸਾਂ ਜਾਂ ਤਾਂ ਸੱਤੂ ਅਤੇ ਛੋਲੇ ਖਾ ਕੇ 15-15 ਦਿਨ ਪਰਬਤਾਂ 'ਤੇ ਘੁੰਮਦੇ ਰਹਿੰਦਾ ਸਾਂ। 4-4 ਜਣਿਆਂ ਦੀਆਂ 2 ਟੋਲੀਆਂ ਬਣੀਆਂ। ਮੈਂ ਆਖਿਆ ਕਿ ਮੈਂ ਪਹਿਲੀ ਟੋਲੀ ਨਾਲ ਜਾਵਾਂਗਾ, ਜਿਸ ਦਾ ਮੁੱਖ ਕਾਰਨ ਸੀ ਮੇਰੀ 7 ਦਿਨ ਵਾਲੀ ਸੀਮਾ ਸੀ। ਇਸ ਟੋਲੀ ਨੇ ਜਾ ਕੇ ਉੱਪਰ ਕੈਂਪ ਵੀ ਲਾਉਣੇ ਸਨ, ਰਸਤਾ ਵੀ ਖੋਲ੍ਹਣਾ ਸੀ। ਬਾਕੀ ਦੇ 3 ਜਣੇ ਵੀ ਮੈਂ ਆਪ ਚੁਣਨੇ ਸਨ। ਇੱਕ ਮੁੰਡਾ ਰਾਜਕੁਮਾਰ ਸੀ, ਕਾਫੀ ਭਰੋਸੇਯੋਗ, ਜਿਸ ਨਾਲ ਮੈਂ ਕਈ ਟਰੈਕ ਕੀਤੇ ਸਨ। ਮੇਰੇ ਮਿੱਤਰ ਦੀ ਕੁੜੀ ਰਾਧਾ ਨੇ ਅੱਖਾਂ ਦੇ ਇਸ਼ਾਰੇ ਨਾਲ ਮੈਨੂੰ ਕਿਹਾ ਕਿ ਮੈਂ ਉਸ ਨੂੰ ਵੀ ਨਾਲ ਲੈ ਚੱਲਾਂ। ਦੋਨਾਂ ਦੇ ਇਲਾਵਾ ਮੈਂ ਇੱਕ ਹੋਰ ਨੂੰ ਚੁਣ ਲਿਆ। ਗਾਈਡ ਨੇ ਤਾਂ ਨਾਲ ਜਾਣਾ ਹੀ ਸੀ। ਅਗਲੇ ਦਿਨ ਜਾ ਕੇ 16,000 ਫੁੱਟ 'ਤੇ ਟਰਾਂਜਿਟ ਕੈਂਪ ਲਾਇਆ ਅਤੇ ਫਿਰ 17,500 ਫੁੱਟ ਉਚਾਈ 'ਤੇ ਅਸਾਲਟ ਕੈਂਪ। ਇਸ ਤੋਂ ਅੱਗੇ ਚੋਟੀ ਤੱਕ ਚੜ੍ਹਾਈ ਵੀ ਬਹੁਤ ਸੀ ਅਤੇ ਬਰਫ਼ ਪੱਥਰ ਵਰਗੀ ਸਖਤ ਤੇ ਸ਼ੀਸ਼ੇ ਵਾਂਗ ਤਿਲਕਵੀਂ। ਮੇਰਾ ਇਰਾਦਾ ਸੀ ਕਿ ਮੈਂ ਇਹ ਕੈਂਪ ਲਾ ਕੇ ਥੱਲੇ ਆ ਜਾਵਾਂਗਾ ਅਤੇ ਦੂਜੀ ਟੀਮ ਨੂੰ ਉਸ ਨੂੰ ਇਹ ਕੈਂਪ ਲਗਾਇਆ ਮਿਲ ਜਾਏਗਾ ਤੇ ਰਾਤ ਇੱਥੇ ਰੁਕਣਗੇ ਤੇ ਅਗਲੇ ਦਿਨ ਚੋਟੀ ਸਰ ਕਰਕੇ ਵਾਪਸ ਪਰਤ ਆਉਣਗੇ। ਪਰ ਬਾਕੀ ਸਾਰਿਆਂ ਮੈਨੂੰ ਅੱਗੇ ਚੱਲਣ ਲਈ ਮਜਬੂਰ ਕਰ ਦਿੱਤਾ। ਅਗਲੀ ਸਵੇਰ ਅਸੀਂ ਬੂਟਾਂ ਥੱਲੇ ਕ੍ਰੈਂਪਾਨ ਕਿੱਲਾਂ ਵਾਲਾ ਇੱਕ ਯੰਤਰ, ਜਿਸ ਨੂੰ ਬੂਟਾਂ ਦੇ ਥੱਲੇ ਬੰਨ੍ਹਿਆ ਜਾਂਦਾ ਹੈ, ਆਈਸ ਐਕਸ ਚੁੱਕ ਕੇ ਅਤੇ ਆਪਣੇ ਛੋਟੇ ਪਿੱਠੂਆਂ 'ਚ ਖਾਣ ਪੀਣ ਦਾ ਸਮਾਨ ਆਦਿ ਪਾ ਕੇ ਤਾਰਿਆਂ ਦੀ ਛਾਵੇਂ ਤੁਰ ਪਏ। ਆਕਸੀਜਨ ਉਸ ਉਚਾਈ 'ਤੇ ਘੱਟ ਹੋ ਜਾਣ ਕਾਰਨ ਅਸੀਂ ਬਹੁਤ ਹੌਲੀ ਤੁਰਦੇ। ਸਖਤ ਬਰਫ਼ 'ਚ ਆਪਣੇ ਬੂਟਾਂ ਦੇ ਥੱਲੇ ਲੱਗੇ ਕਿੱਲ ਗੜਦੇ ਤੁਰੀ ਗਏ। ਜਦ ਕਦੀ ਬਰਫ਼ ਬਹੁਤ ਤਿਲਕਵੀਂ ਹੋ ਜਾਂਦੀ ਤਾਂ ਆਪਣੇ ਆਈਸ ਐਕਸ ਨਾਲ ਬਰਫ਼ ਕੱਟ ਕੇ ਪੈਰ ਰੱਖਣ ਦੀ ਥਾਂ ਬਣਾਉਂਦੇ, ਸਾਹ ਲੈਂਦੇ, ਫਿਰ ਤੁਰ ਪੈਂਦੇ। ਤਾਰੇ ਛੁਪ ਗਏ, ਅਸੀਂ ਤੁਰਦੇ ਰਹੇ। ਸੂਰਜ ਚੜ੍ਹ ਆਇਆ ਤਾਂ ਅਸੀਂ ਤੁਰੀ ਜਾ ਰਹੇ ਸਾਂ। ਆਖਰ 7 ਘੰਟੇ ਦੀ ਸਖਤ ਚੜ੍ਹਾਈ ਤੋਂ ਬਾਅਦ 11 ਕੁ ਵਜੇ ਅਸੀਂ ਸਾਰੇ ਚੋਟੀ 'ਤੇ ਚੜ੍ਹਨ 'ਚ ਸਫਲ ਹੋ ਗਏ। ਅਸੀਂ ਚੋਟੀ ਨੂੰ ਨਹੀਂ ਸੀ ਜਿੱਤਿਆ, ਬਲਕਿ ਇਹ ਸਾਡੀ ਆਪਣੇ ਆਪ 'ਤੇ ਜਿੱਤ ਸੀ, ਮਾਨਸਿਕ ਅਤੇ ਸਰੀਰਕ।
ਜਿੱਤ ਦੀ ਖੁਸ਼ੀ 'ਚ ਅਸੀਂ ਸਾਰਿਆਂ ਨੇ ਇੱਕ ਦੂਜੇ ਨੂੰ ਜੱਫੀ ਵਿੱਚ ਕੁੱਟਿਆ ਅਤੇ ਆਪਣੇ ਕਲੱਬ ਦਾ ਝੰਡਾ ਚੋਟੀ 'ਤੇ ਗੱਡ ਕੇ ਆਪਣੇ ਚਾਰੇ ਪਾਸੇ ਨਜ਼ਰ ਮਾਰੀ। ਆਲੇ ਦੁਆਲੇ ਬਰਫ਼ ਦੀਆਂ ਅਨੇਕਾਂ ਚੋਟੀਆਂ ਅਤੇ ਬਹੁਤ ਥੱਲੇ ਬਿੰਦੂਆਂ ਵਾਂਗ ਦਿਸਦੇ ਬੇਸ ਕੈਂਪ ਨਾਲ ਪੀਲੇ ਪੀਲੇ ਤੰਬੂ। ਵਾਪਸ ਉਤਰਨਾ ਔਖਾ ਹੀ ਨਹੀਂ ਪਰ ਖਤਰੇ ਭਰਿਆ ਸੀ। ਤਿਲਕਵੀਂ ਬਰਫ਼ 'ਤੇ ਪੈਰ ਅਤੇ ਆਈਸ ਐਕਸ ਟਿਕਾ ਟਿਕਾ ਕੇ ਸੰਭਲ ਕੇ ਤੁਰਨਾ। ਕੁਝ ਦੂਰ ਜਾ ਕੇ ਮੇਰੇ ਪਿੱਛੇ ਆ ਰਹੀ ਰਾਧਾ ਨੇ ਆਖਿਆ, ਅੰਕਲ ਮੇਰਾ ਕਰੋ ਪੈਣ ਢਿੱਲਾ ਹੋ ਗਿਆ। ਮੈਂ ਗਾਈਡ ਨੂੰ ਕਿਹਾ ਉਹ ਆਪਣੇ ਆਈਸ ਐਕਸ ਨਾਲ ਬਰਫ਼ ਦੀ ਢਲਾਣ 'ਤੇ ਰਾਧਾ ਦੇ ਬੈਠਣ ਦੀ ਥਾਂ ਬਣਾਵੇ। ਬੈਠਣ ਦੀ ਥਾਂ ਬਣ ਜਾਣ ਤੇ ਬਾਅਦ ਮੈਂ ਰਾਧਾ ਦੇ ਬੂਟਾਂ 'ਤੇ ਕਰੋ ਪੈਣ ਬੰਨ੍ਹਣ ਲੱਗਾ। ਕਰੋ ਪੈਣ ਬੰਨੇ ਜਾਣ ਤੋਂ ਬਾਅਦ ਜਿਉਂ ਹੀ ਰਾਧਾ ਮੇਰੇ ਮੋਢੇ ਦਾ ਸਹਾਰਾ ਲੈ ਕੇ ਉੱਠੀ, ਉਸ ਦਾ ਸੰਤੁਲਨ ਵਿਗੜ ਗਿਆ। ਮੇਰੇ ਉੱਤੇ ਉਸ ਦਾ ਭਾਰ ਪੈਣ 'ਤੇ ਮੇਰੇ ਵੀ ਪੈਰ ਉਖੜ ਗਏ ਅਤੇ ਦੂਜੇ ਹੀ ਪਲ ਅਸੀਂ ਦੋਵੇਂ ਬਰਫ਼ 'ਤੇ ਉਲਟਬਾਜ਼ੀਆਂ ਖਾਣ ਲੱਗੇ। ਥੱਲੇ ਰੁੜਦਿਆਂ ਅਤੇ ਆਪਣੇ ਬਚਾਅ ਲਈ ਹੱਥ ਪੈਰ ਮਾਰਦਿਆਂ ਮਨ ਵਿੱਚ ਦੋ ਜਣਿਆਂ ਬਾਰੇ ਖਿਆਲ ਆਏ, ਆਪਣੀ ਘਰਵਾਲੀ ਅਤੇ ਰਾਧਾ ਦੀ ਮਾਂ ਬਾਰੇ। ਪਰ ਰੱਬ ਦਾ ਸ਼ੁਕਰ ਹੈ ਕਿ ਥੋੜ੍ਹੀ ਦੂਰ ਜਾ ਕੇ ਉਤਰਾਈ ਘਟ ਗਈ ਅਤੇ ਮੇਰਾ ਆਈਸ ਐਕਸ ਬਰਫ਼ 'ਚ ਗੱਡਿਆ ਗਿਆ, ਜਿਸ ਕਾਰਨ ਸਾਡਾ ਰੁਕਣਾ ਸੰਭਵ ਹੋ ਗਿਆ। ਉਸ ਤੋਂ 2 ਦਿਨ ਬਾਅਦ ਬਾਕੀ ਦੇ 4 ਜਣਿਆਂ ਨੇ ਵੀ ਚੋਟੀ ਸਰ ਕਰ ਲਈ। ਅਸੀਂ ਸਾਰੇ ਖੁਸ਼ੀ ਵਾਪਸ ਪਰਤ ਰਹੇ ਸਾਂ। ਮੈਂ ਰਾਧਾ ਨੂੰ ਆਖਿਆ, ਘਰ ਜਾ ਕੇ ਇਹ ਡਿੱਗਣ ਵਾਲੀ ਗੱਲ ਨਾ ਦੱਸੀ। ਬਿਲਕੁਲ ਨਹੀਂ ਦੱਸਾਂਗੇ, ਨਹੀਂ ਤਾਂ ਉਹ ਮੁੜ ਕੇ ਮੈਨੂੰ ਕਦੀ ਨਹੀਂ ਆਉਣ ਦੇਣਗੇ ਪਹਾੜਾਂ ਵੱਲ। ਉਸਨੇ ਹੱਸਦਿਆਂ ਆਖਿਆ, ਪਰ ਮਜ਼ੇ ਦੀ ਗੱਲ ਇਹ ਹੈ, ਸਾਰੇ ਅਭਿਆਨ ਵਿੱਚ ਸਾਨੂੰ ਸਭ ਤੋਂ ਮਹੱਤਵਪੂਰਨ ਘਟਨਾ ਇਹੀ ਲੱਗਦੀ ਹੈ ਅਤੇ ਜਦ ਵੀ ਕੋਈ ਇਸ ਅਭਿਆਨ ਬਾਰੇ ਪੁੱਛਦਾ ਹੈ ਘਰ ਵਿੱਚ ਵੀ, ਤਾਂ ਮੈਂ ਅਤੇ ਰਾਧਾ ਇਸੇ ਘਟਨਾ ਨੂੰ ਅਤੇ ਰਸਤੇ 'ਤੇ ਰਾਤ ਗੁਜ਼ਾਰਨ ਦੇ ਅਨੁਭਵ ਨੂੰ ਖੂਬ ਵਿਸਤਾਰ ਨਾਲ ਸੁਣਾਉਂਦੇ ਹਾਂ। ਹੁਣ ਮੈਂ ਸੋਚਦਾ ਹਾਂ ਬਹੁਤ ਹੋ ਗਿਆ, ਮੁੜ ਕਦੀ 15,000 ਫੁੱਟ ਤੋਂ ਉੱਪਰ ਨਹੀਂ ਜਾਵਾਂਗਾ। ਪਰ ਇਹ ਵੀ ਸੋਚਦਾ ਹਾਂ ਜਦੋਂ ਕਦੀ ਵੀ ਸੱਦਾ ਆਵੇਗਾ ਤਾਂ ਮੈਂ ਮੁੜ ਆਪਣੀ ਸੋਟੀ ਅਤੇ ਮੋਢੇ 'ਤੇ ਰੁਕਸਕ ਚੁੱਕ ਕੇ ਤਿਆਰ ਹੋ ਜਾਵਾਂਗਾ। ਤੁਰਦੇ ਰਹਿਣਾ ਹੀ ਤਾਂ ਜੀਵਨ ਦੀ ਨਿਸ਼ਾਨੀ ਹੈ, ਇਹੀ ਤਾਂ ਜਿਉਣ ਦਾ ਅਹਿਸਾਸ ਦਿਵਾਉਂਦਾ ਹੈ। ਰਾਜਸਥਾਨੀ ਵਿੱਚ ਇੱਕ ਵਿਅੰਗਪੂਰਨ ਕਹਾਵਤ ਹੈ, ਚਾਲਣ ਸੇ ਠਾਡੋ ਭਲੇ ਤੇ ਠਾਡੋ ਸੇ ਬੈਠਣ, ਬੈਠਣ ਸੇ ਲੇਟਣ ਭਲੋ ਤੇ ਲੇਟਣ ਸੇ ਮਰ ਜਾਣ। ਸਾਥੀਓ, ਇਸ ਵਿੱਚ ਪੜ੍ਹਿਆ ਕਿਵੇਂ ਬਾਬਾ ਜੀ ਸਟਾ ਕਾਂਗੜੀ ਚੋਟੀ ਸਰ ਕਰਦੇ ਹਨ। ਉਹ 60 ਸਾਲ ਦੀ ਉਮਰ ਵਿੱਚ ਵੀ ਨਹੀਂ ਰੁਕਦੇ। ਉਹ ਆਪਣੇ ਤਜਰਬਿਆਂ ਰਾਹੀਂ 60 ਸਾਲ ਦੀ ਉਮਰ ਵਿੱਚ ਵੀ ਟਰੈਕਿੰਗ ਕਰ ਰਹੇ ਹਨ। ਬਾਬਾ ਜੀ ਦਾ ਜਨਮ 1932 ਈਸਵੀ ਨੂੰ ਵੈਰੋਵਾਲ ਬਾਵੀਆ ਜ਼ਿਲ੍ਹਾ ਤਰਨਤਾਰਨ ਵਿਖੇ ਹੋਇਆ। 1942 ਵਿੱਚ ਉਹ ਦਿੱਲੀ ਚਲੇ ਗਏ ਅਤੇ ਫਿਰ ਉਹਨਾਂ ਦਾ ਇੱਕ ਹੋਟਲ ਡਲਹੌਜੀ ਵਿਖੇ ਵੀ ਹੈ। ਬਾਬਾ ਜੀ ਲੇਖਕ, ਪੇਂਟਰ, ਕਾਰਟੂਨਗ੍ਰਾਫਰ ਵੀ ਹਨ। ਉਹਨਾਂ ਨੇ ਨਾਵਲ, ਕਹਾਣੀਆਂ, ਸਫ਼ਰਨਾਮੇ ਲਿਖੇ। ਉਹਨਾਂ ਦੀਆਂ ਕਿਤਾਬਾਂ ਜ਼ਿਆਦਾਤਰ ਜੰਗਲਾਂ, ਪਹਾੜਾਂ ਦੀ ਟਰੈਕਿੰਗ 'ਤੇ ਹੈ। ਉਹਨਾਂ ਨੇ ਬਹੁਤ ਸਫ਼ਰ ਪਹਾੜਾਂ ਅਤੇ ਜੰਗਲਾਂ 'ਤੇ ਤੁਰ ਕੇ ਹੀ ਕੀਤਾ। ਉਹਨਾਂ ਦੀਆਂ ਕਿਤਾਬਾਂ ਪੜ੍ਹ ਕੇ ਤੁਸੀਂ ਅਣਜਾਣ ਥਾਵਾਂ ਬਾਰੇ ਜਾਣ ਸਕਦੇ ਹੋ ਅਤੇ ਉੱਥੇ ਘੁੰਮ ਸਕਦੇ ਹੋ। ਅਤੇ ਉਹ ਆਪਣੇ ਸਫ਼ਰਨਾਮੇ ਵਿੱਚ ਦੱਸਦੇ ਹਨ, ਮੈਂ ਕਈ ਥਾਵਾਂ ਬਾਰੇ ਦੱਸਦਾ ਹੀ ਨਹੀਂ ਕਿਉਂਕਿ ਸਾਡੇ ਲੋਕ ਉੱਥੇ ਜਾ ਕੇ ਉਸ ਦੀ ਸੁੰਦਰਤਾ ਖਤਮ ਕਰ ਦੇਣਗੇ। ਪਰ ਫਿਰ ਵੀ ਉਹਨਾਂ ਦੀ ਕਿਤਾਬ ਜੰਗਲ ਪਰਬਤ ਪੜ੍ਹ ਕੇ ਬਹੁਤ ਇਲਾਕਿਆਂ ਬਾਰੇ ਪਤਾ ਚੱਲਦਾ ਹੈ। ਪਹਿਲਾਂ ਉਹ ਨਕਸ਼ਿਆਂ ਬਾਰੇ ਦੱਸਦੇ ਹਨ। ਉਹ ਦੱਸਦੇ ਹਨ ਕਿ ਨਕਸ਼ੇ ਸਾਨੂੰ ਦੂਰ ਤੱਕ ਲੈ ਜਾਂਦੇ ਹਨ। ਜਦੋਂ ਮੈਂ ਰੱਬ ਵੇਖਿਆ, ਇਹ ਜੰਮੂ ਕਿਸ਼ਤਵਾੜ ਇਲਾਕੇ ਬਾਰੇ ਹੈ। ਸੁਨਸਾਨ ਡਾਕ ਬੰਗਲਾ ਤੇ ਡਾਕੂ, ਭੋਪਾਲ ਤੋਂ ਗਵਾਲੀਅਰ ਦੀ ਸਾਈਕਲ ਯਾਤਰਾ ਹੈ। ਇੱਕ ਮੰਦਰ ਦੀ ਤਲਾਸ਼ ਵਿੱਚ, ਜੰਗਲ ਪਰਬਤ, ਨਦੀ ਦਾ ਪੁਲ ਅਤੇ ਡਾਕੂ, ਇਹ ਸਾਰੀਆਂ ਸਾਈਕਲ ਯਾਤਰਾਵਾਂ ਹਨ। ਸਾਧੂ ਮੰਦਰ ਅਤੇ ਸ਼ੇਰ, ਪੈਰਿਸ ਦਾ ਸਟੇਸ਼ਨ ਅਤੇ ਬੰਗਲਾਦੇਸ਼ੀ ਕੁੜੀ, ਇੱਕ ਯਹੂਦੀ ਕੁੜੀ, ਆਦਮਖੋਰ ਸ਼ੇਰ, ਕੱਛ ਦੀ ਰਣ, ਅਰੁਣਾਚਲ ਦੇ ਜੰਗਲ, ਜਲ ਦਾ ਭਾਰਾ,
ਇਨ੍ਹਾਂ ਜੰਗਲਾਂ ਵਿੱਚ ਪੈਦਲ ਤੁਰਨ ਦਾ ਤਜਰਬਾ ਬਾਬਾ ਜੀ ਇਨ੍ਹਾਂ ਸਰਲੇਖਾਂ ਵਿੱਚ ਵਿਸਥਾਰ ਨਾਲ ਬਿਆਨ ਕਰਦੇ ਹਨ। ਸੋਮਨਾਥ ਵਿੱਚ ਸੋਮਨਾਥ ਮੰਦਰ ਦੀ ਕਹਾਣੀ, ਬੇਟ ਦਵਾਰਕਾ ਪ੍ਰਾਚੀਨ ਮੰਦਰ ਗੁਜਰਾਤ ਪ੍ਰਦੇਸ਼ ਐਨ ਸਮੁੰਦਰ ਦੇ ਕੰਢੇ ਤੇ ਹੈ। ਲੋਨਰ ਕ੍ਰੇਟਰ ਮਹਾਰਾਸ਼ਟਰ ਦੇ ਅਕੋਲਾ ਨਾਮ ਸ਼ਹਿਰ ਦੀ ਕਹਾਣੀ ਹੈ। ਤਿਰੂਪਤੀ ਤਿਰਮਲਾਈ ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਬਾਰੇ ਹੈ। ਐਲੀਫੈਂਟਾ ਅਤੇ ਬਸੰਤੀ ਇੱਕ ਅਧਿਆਤਮਕ ਯਾਤਰਾ ਗੰਗਾ ਨਦੀ ਦੇ ਆਸ-ਪਾਸ ਦੀ ਯਾਤਰਾ ਹੈ। ਪਰਬਤ ਯਾਤਰਾਵਾਂ ਵਿੱਚ ਵਰਖਾ ਮੰਦਰ ਅਤੇ ਸਾਧੂ, ਇਹ ਰਿਸ਼ੀਕੇਸ਼ ਤੋਂ ਬਦਰੀਨਾਥ ਦੀ ਯਾਤਰਾ ਹੈ। ਅਤੀਤ ਯਾਤਰਾ ਚਮੰਡਾ ਦੇਵੀ ਦੇ ਮੰਦਰ ਦੇ ਇਲਾਕੇ ਦੀ ਯਾਤਰਾ ਹੈ। ਜਦੋਂ ਮੈਂ ਆਪਣੇ ਕੁਲੀ ਦਾ ਕੁਲੀ ਬਣਿਆ, ਸਿੱਕਮ ਰਾਜ ਦੇ ਪੈਮਿਆਗਾਚੀ ਇਲਾਕਾ, ਸਵਰਗਾਰੋਣੀ ਅਤੇ ਪਾਂਡਵ ਮਸੂਰੀ ਦਾ ਇਲਾਕਾ, ਇਹ ਫਿਰ ਧਰਮਸ਼ਾਲਾ ਤੋਂ ਭਰਮੌਰ, ਮਣੀਕਰਨ ਤੋਂ ਖੀਰ ਗੰਗਾ, ਆਪਣੇ ਪਰਿਵਾਰ ਨਾਲ ਅਨੋਖਾ ਪਿੰਡ ਮਲਾਣਾ, ਰੋਹਤਾਂਗ ਪਾਸ, ਲਾਹੌਲ ਯਾਤਰਾ, ਸਪੀਤੀ ਜੋ ਮਨੁੱਖ ਦੇ ਰਹਿਣ ਦਾ ਸਥਾਨ ਨਹੀਂ, ਮਨਾਲੀ ਤੋਂ ਲੇਹ, ਜਦੋਂ ਮੌਤ ਦੀ ਖੱਡ ਵਿੱਚ ਰਾਤ ਗੁਜ਼ਾਰੀ, ਤੇ ਆਖਰੀ ਅਸੀਂ ਚੱਲੇ ਚੜ੍ਹਨ ਪਰਬਤ ਦੀ ਚੋਟੀ ਹਿਮਾਚਲ ਦੇ ਇਲਾਕੇ ਦੀਆਂ ਯਾਤਰਾਵਾਂ ਹਨ। ਇਹ ਯਾਤਰਾਵਾਂ ਪੜ੍ਹ ਕੇ ਬਾਬਾ ਜੀ ਦੇ ਟਰੈਕਿੰਗ ਦੇ ਤਜਰਬਿਆਂ ਵਿੱਚੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਇਸ ਲਈ ਇਹ ਕਿਤਾਬ ਜ਼ਰੂਰ ਪੜ੍ਹੋ। ਸਫ਼ਰ ਦਾ ਆਨੰਦ ਪੜ੍ਹ ਕੇ ਤੇ ਸਫ਼ਰ ਨੂੰ ਪੜ੍ਹ ਕੇ ਤੁਹਾਡਾ ਜਾਣ ਨੂੰ ਜੀ ਵੀ ਕਰੇ ਤਾਂ ਉਹਨਾਂ ਇਲਾਕਿਆਂ ਦੀ ਜਾਣ ਦੀ ਇੱਛਾ ਪੂਰੀ ਕਰਨ ਲਈ ਪਹਿਲਾ ਕਦਮ ਪੁੱਟ ਲਵੋ। ਧੰਨਵਾਦ ਸਾਥੀਓ। ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਬੈਲ ਆਈਕਨ ਦੇ ਬਟਨ ਨੂੰ ਵੀ ਕਲਿੱਕ ਕਰ ਦਿਓ ਤਾਂ ਕਿ ਕਿਤਾਬ ਦੀ ਹੋਰ ਨਵੀਆਂ ਕਿਤਾਬਾਂ ਦੀ ਤੁਹਾਨੂੰ ਜਾਣਕਾਰੀ ਪਹਿਲਾਂ ਮਿਲ ਸਕੇ। ਧੰਨਵਾਦ ਸਾਥੀਓ। ਮਿਲਦੇ ਹਾਂ ਨਵੀਂ ਕਿਤਾਬ ਨਾਲ ਅਗਲੀ ਵੀਡੀਓ ਵਿੱਚ।